ਪਿਆਰੇ ਵਿਦਿਆਰਥੀਓ, ਤੁਹਾਡਾ ਸਵਾਗਤ ਹੈ ਇਸ ਕਲਾਸ ਵਿੱਚ। ਅੱਜ ਆਪਾਂ 12ਵੀਂ ਕਲਾਸ ਦੀ ਪੰਜਾਬੀ ਪਾਠ ਪੁਸਤਕ ਵਿੱਚ ਦਰਜ ਡਾਕਟਰ ਰਜਿੰਦਰਪਾਲ ਬਰਾੜ ਦਾ ਲੇਖ ਪੰਜਾਬੀ ਸੱਭਿਆਚਾਰਕ ਪਰਿਵਰਤਨ ਪੜ੍ਹਾਂਗੇ। ਇਸ ਪਾਠ ਵਿੱਚ ਡਾਕਟਰ ਰਜਿੰਦਰਪਾਲ ਬਰਾੜ ਨੇ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਸੱਭਿਆਚਾਰ ਵਿੱਚ ਕਿਵੇਂ ਪਰਿਵਰਤਨ ਆਉਂਦੇ ਹਨ। ਇਹ ਪਰਿਵਰਤਨ ਕਿਸ ਤਰ੍ਹਾਂ ਦੇ ਹੁੰਦੇ ਆ, ਚੰਗੇ ਹੁੰਦੇ ਆ, ਮਾੜੇ ਹੁੰਦੇ ਆ। ਫਿਰ ਸਾਨੂੰ ਕਿਹੜੀਆਂ ਗੱਲਾਂ ਜਿਹੜੀਆਂ ਉਹ ਆਪਣੇ ਸੱਭਿਆਚਾਰ ਵਿੱਚ ਜ਼ਰੂਰ ਸਾਂਭ ਕੇ ਰੱਖਣੀਆਂ ਚਾਹੀਦੀਆਂ। ਇਹ ਸਾਰਾ ਕੁਛ ਜਾਣਾਂਗੇ ਬੇਟਾ ਇਸ ਪਾਠ ਦੇ ਵਿੱਚ ਆਪਾਂ। ਸੱਭਿਆਚਾਰ ਇੱਕ ਵਗਦਾ ਦਰਿਆ ਹੈ, ਇਸ ਵਿੱਚ ਪਰਿਵਰਤਨ ਆਉਂਦਾ ਰਹਿੰਦਾ। ਇਸ ਪਰਿਵਰਤਨ ਦੇ ਬਹੁਤ ਸਾਰੇ ਅੰਦਰਲੇ ਅਤੇ ਬਹੁਤ ਸਾਰੇ ਬਾਹਰਲੇ ਕਾਰਨ ਹੁੰਦੇ ਆ। ਸੱਭਿਆਚਾਰ ਜੀਵਨ ਜਾਚ ਹੈ। ਜੀਵਨ ਜਾਚ ਦੇ ਆਧਾਰ ਜਦੋਂ ਪੈਦਾਵਾਰੀ ਸਾਧਨ ਬਦਲ ਜਾਣ, ਸ਼ਕਤੀਆਂ ਬਦਲ ਜਾਣ, ਤਕਨੀਕ ਬਦਲ ਜਾਏ ਤਾਂ ਸੱਭਿਆਚਾਰ ਵੀ ਬਦਲ ਜਾਂਦਾ। ਕਈ ਵਾਰ ਸੱਭਿਆਚਾਰ ਦੂਸਰੇ ਸੱਭਿਆਚਾਰਾਂ ਦੇ ਪ੍ਰਭਾਵ ਕਰਕੇ ਵੀ ਬਦਲ ਜਾਂਦਾ। ਸੱਭਿਆਚਾਰ ਦਾ ਮਨੁੱਖੀ ਇਤਿਹਾਸ ਨਾਲ ਬੜਾ ਗੂੜਾ ਜਿਹੜਾ ਸੰਬੰਧ ਹੈ ਅਤੇ ਇਸ ਦੀਆਂ ਪਰੰਪਰਾਵਾਂ ਬਣਨ ਵਿੱਚ ਸਦੀਆਂ ਲੱਗ ਜਾਂਦੀਆਂ। ਹਰ ਸੱਭਿਆਚਾਰ ਸਮੇਂ ਨਾਲ ਵੇਲਾ ਵਿਹਾ ਚੁੱਕੇ ਰਸਮ ਰਿਵਾਜ, ਵਿਸ਼ਵਾਸ, ਸੋਚ ਸੁਆਦ ਅਤੇ ਕੰਮਾਂ ਕਾਰਾਂ ਨੂੰ ਛੱਡਦਾ ਜਾਂਦਾ ਅਤੇ ਨਵੀਆਂ ਜਿਹੜੀਆਂ ਲੋੜਾਂ ਅਨੁਸਾਰ ਨਵੀਆਂ ਕਦਰਾਂ ਕੀਮਤਾਂ ਨੂੰ ਉਸਾਰਦਾ ਹੋਇਆ ਨਵੀਆਂ ਕਲਾਵਾਂ ਦੀ ਸਿਰਜਣਾ ਕਰਦਾ ਜਾਂਦਾ। ਇਹ ਸਾਰਾ ਕੁਝ ਬੜਾ ਸਹਿਜੇ ਚੱਲਦਾ ਰਹਿੰਦਾ, ਜਾਂ ਇਹ ਕਹਿ ਲਓ ਵੀ ਸਾਰਾ ਕੁਝ ਬੜਾ ਸਹਿਜੇ ਵਾਪਰਦਾ ਰਹਿੰਦਾ। ਉੱਤਰ ਆਧੁਨਿਕ ਯੁੱਗ ਵਿੱਚ ਨਵੀਂ ਤਕਨੀਕ ਦੇ ਆਉਣ ਨਾਲ ਅਤੇ ਆਵਾਜਾਈ ਅਤੇ ਸੰਚਾਰ ਸਾਧਨਾਂ ਦੇ ਬਹੁਤ ਜ਼ਿਆਦਾ ਵਿਕਸਿਤ ਹੋਣ ਨਾਲ ਸੱਭਿਆਚਾਰ ਵਿੱਚ ਬਹੁਤ ਤੇਜ਼ੀ ਨਾਲ ਤਬਦੀਲੀ ਆਈ। ਇਸ ਤਬਦੀਲੀ ਪ੍ਰਤੀ ਦੋ ਤਰ੍ਹਾਂ ਦੇ ਜਿਹੜੇ ਵਿਚਾਰ ਹੈ ਸਾਹਮਣੇ ਆਏ ਆ। ਇੱਕ ਵਿਚਾਰ ਇਹ ਹੈ ਕਿ ਇਹ ਜਿਹੜੀਆਂ ਤਬਦੀਲੀਆਂ ਸੱਭਿਆਚਾਰ 'ਚ ਜਾਣੀ ਪੰਜਾਬੀ ਸੱਭਿਆਚਾਰ 'ਚ ਹੋ ਰਹੀਆਂ ਇਹ ਮਾੜੀਆਂ ਨੇ। ਦੂਜੇ ਵਿਚਾਰ ਇਹ ਹੈ ਕਿ ਕੁਝ ਲੋਕ ਇਹ ਵੀ ਕਹਿੰਦੇ ਆ ਕਿ ਇਹ ਜਿਹੜੀਆਂ ਤਬਦੀਲੀਆਂ ਹੋ ਰਹੀਆਂ ਇਹ ਚੰਗੀਆਂ। ਜਿੱਥੇ ਪਹਿਲੇ ਵਿਚਾਰਾਂ ਵਾਲੇ ਬੰਦੇ ਜਿਹੜੇ ਇਹ ਕਹਿੰਦੇ ਆ ਕਿ ਸੱਭਿਆਚਾਰ 'ਚ ਜਿਹੜੀਆਂ ਤਬਦੀਲੀਆਂ ਮਾੜੀਆਂ, ਉਹ ਕੀ ਕਰਦੇ ਆ, ਉਹ ਫਿਰ ਪੁਰਾਣੇ ਸੱਭਿਆਚਾਰ ਨੂੰ ਬੜਾ ਚੰਗਾ ਦੱਸਦੇ ਆ ਅਤੇ ਜਿਹੜਾ ਨਵਾਂ ਸੱਭਿਆਚਾਰ ਆ ਉਹਨੂੰ ਮਾੜਾ ਕਹਿੰਦੇ ਆ। ਅਤੇ ਜਿਹੜੇ ਨਵੇਂ ਸੱਭਿਆਚਾਰ ਦੇ ਹਮਾਇਤੀ ਲੋਕ ਹੈ ਜਿਹੜਾ ਅੱਜ ਕੱਲ੍ਹ ਚੱਲ ਰਿਹਾ, ਉਹ ਫਿਰ ਨਵੇਂ ਸੱਭਿਆਚਾਰ ਨੂੰ ਚੰਗਾ ਮੰਨਦੇ ਆ। ਪਰ ਕਈ ਵਾਰੀ ਉਹ ਇਹ ਵੀ ਭੁੱਲ ਜਾਂਦੇ ਆ ਕਿ ਸਾਡਾ ਵਿਰਸਾ ਕੀ ਹੈ। ਅਸਲ ਵਿੱਚ ਸਾਨੂੰ ਆਪਣੇ ਸੱਭਿਆਚਾਰ ਦੀਆਂ ਕਦਰਾਂ ਕੀਮਤਾਂ, ਰੁਚੀਆਂ, ਕਲਾਵਾਂ ਅਤੇ ਕੰਮ ਧੰਦਿਆਂ ਬਾਰੇ ਹਰ ਸਮੇਂ ਚੇਤਨ ਪੱਧਰ 'ਤੇ ਸੋਚ ਵਿਚਾਰ ਕਰਦੇ ਰਹਿਣਾ ਚਾਹੀਦਾ। ਖੇਤੀਬਾੜੀ ਆਧਾਰਿਤ ਜਗੀਰਦਾਰੀ ਪ੍ਰਬੰਧ ਮਰਦਾਵਾ ਹੁੰਦਾ ਸੀ। ਮਰਦਾਵਾ ਜਾਣੀ ਬੰਦਿਆਂ ਦੇ ਹੱਥ 'ਚ ਹੁੰਦਾ ਸੀ ਪ੍ਰਬੰਧ। ਇਹ ਪੁਰਾਣੇ ਸਮੇਂ ਦੀ ਗੱਲ ਹੈ ਅਤੇ ਉਸ ਵਿੱਚ ਕੁੜੀ ਦੇ ਮੁਕਾਬਲੇ ਮੁੰਡੇ ਨੂੰ ਵੱਧ ਤਰਜੀਹ ਦਿੱਤੀ ਜਾਂਦੀ ਸੀ, ਵੱਧ ਪਹਿਲ ਦਿੱਤੀ ਜਾਂਦੀ ਸੀ। ਪੁਰਾਣੇ ਪੰਜਾਬੀ ਸੱਭਿਆਚਾਰ ਦਾ ਸਾਰਾ ਹੀ ਕਾਰ ਵਿਹਾਰ, ਰੰਗ ਢੰਗ, ਗੀਤ ਸੰਗੀਤ ਕੁੜੀਆਂ ਨੂੰ ਦਬਾਉਣ ਵਾਲਾ ਸੀਗਾ ਅਤੇ ਮੁੰਡਿਆਂ ਨੂੰ ਉੱਚਾ ਦੱਸਣ ਵਾਲਾ ਸੀ। ਪੰਜਾਬੀ ਸੱਭਿਆਚਾਰ ਵਿੱਚ ਔਰਤ ਨੂੰ ਵੀ ਪੈਰ ਦੀ ਜੁੱਤੀ ਸਮਝਿਆ ਜਾਂਦਾ ਰਿਹਾ। ਇਸੇ ਕਰਕੇ ਗੁਰੂ ਨਾਨਕ ਦੇਵ ਜੀ ਨੇ ਔਰਤ ਨੂੰ ਮੰਦਾ ਕਹਿਣ ਤੋਂ ਵਰਜਿਆ। ਆਧੁਨਿਕਤਾ ਦੇ ਆਉਣ ਨਾਲ ਕੁੜੀਆਂ ਪੜ੍ਹਨ ਲਿਖਣ ਲੱਗ ਪਈਆਂ, ਨੌਕਰੀ ਕਰਨ ਲੱਗ ਪਈਆਂ ਅਤੇ ਉਹਨਾਂ ਨੇ ਪਰਦੇ ਵਿੱਚ ਰਹਿਣਾ ਅਤੇ ਘੁੰਡ ਕੱਢ ਕੇ ਰੱਖਣ ਦੀ ਜਿਹੜੀ ਰੀਤ ਸੀ ਉਹ ਛੱਡਤੀ। ਹੌਲੀ ਹੌਲੀ ਉਹਨਾਂ ਨੇ ਪੁਰਾਣੇ ਪੰਜਾਬੀ ਸੱਭਿਆਚਾਰ ਜਿਵੇਂ ਘੱਗਰਾ, ਕੁੜਤੀ, ਚਾਦਰ ਦੀ ਥਾਵੇਂ ਫਿਰ ਉਹ ਸਲਵਾਰ, ਕਮੀਜ਼, ਚੁੰਨੀ ਪਹਿਨਣ ਲੱਗ ਪਈਆਂ। ਪੱਛਮੀ ਪ੍ਰਭਾਵ ਯਾਨੀ ਬਾਹਰਲੇ ਮੁਲਕਾਂ ਦੇ ਪ੍ਰਭਾਵ ਕਰਕੇ ਫਿਰ ਉਹੀ ਪੰਜਾਬੀ ਕੁੜੀਆਂ ਜੀਨ, ਟੌਪ, ਸਕਰਟਾਂ ਪਹਿਨਣ ਲੱਗ ਪਈਆਂ। ਬਿਨਾਂ ਸ਼ੱਕ ਇਹ ਕੇਵਲ ਪਹਿਰਾਵੇ ਦੀ ਤਬਦੀਲੀ ਨਹੀਂ ਹੈ, ਇਹ ਵਿਚਾਰਾਂ ਦੀ ਤਬਦੀਲੀ ਵੀ ਹੈ। ਅੱਜ ਅਸੀਂ ਕਿਸੇ ਨਵੀਂ ਵਿਆਹੀ ਕੁੜੀ ਤੋਂ ਇਹ ਆਸ ਨਹੀਂ ਰੱਖ ਸਕਦੇ ਕਿ ਉਹ ਆਪਣੇ ਹੀ ਸਹੁਰੇ ਪਰਿਵਾਰ ਦੇ ਜੀਆਂ ਤੋਂ ਘੁੰਡ ਕੱਢੇ। ਪਹਿਰਾਵਾ ਭਾਵੇਂ ਵਿਅਕਤੀਗਤ ਮਾਮਲਾ ਹੈ, ਪਰ ਇਹਦੇ ਬਾਵਜੂਦ ਇਹ ਚੰਗਾ ਨਹੀਂ ਲੱਗਦਾ ਕਿ ਕੋਈ ਜਨਤਕ ਜਾਂ ਸਾਂਝੀਆਂ ਥਾਵਾਂ 'ਤੇ ਅੱਧ ਨੰਗਾ ਭੜਕਾਊ ਪਹਿਰਾਵਾ ਪਹਿਨ ਕੇ ਘੁੰਮੇ। ਅੱਜ ਪੰਜਾਬੀ ਸਮਾਜ ਵਿੱਚ ਲਹਿੰਗਾ ਚੋਲੀ ਲੜਕੀ ਦੇ ਵਿਆਹ ਦੀ ਪ੍ਰਵਾਨਿਤ ਪੁਸ਼ਾਕ ਬਣਦੀ ਜਾ ਰਹੀ ਹੈ। ਆਮ ਕੰਮਕਾਰ ਅਤੇ ਪਰਿਵਾਰਕ ਸਮਾਗਮਾਂ ਵਿੱਚ ਲੜਕੀਆਂ ਸਲਵਾਰ ਕਮੀਜ਼ ਪਹਿਨਦੀਆਂ ਹਨ।
ਵਿਦਿਆਰਥੀ ਜੀਵਨ ਸਮੇਂ ਅਤੇ ਕੁਝ ਘਰਾਂ ਵਿੱਚ ਆਮ ਹਾਲਾਤਾਂ ਵਿੱਚ ਸੌਖੇ ਰਹਿਣ ਲਈ ਕੈਪਰੀਆਂ, ਹਾਫ ਪੈਂਟਾਂ, ਸਕਰਟਾਂ ਇਹ ਵੀ ਪਹਿਨ ਲੈਂਦੀਆਂ। ਸਾਨੂੰ ਜਿੱਥੇ ਨਵੀਂ ਪੀੜ੍ਹੀ ਦੀ ਇਸ ਪਹਿਰਾਵਾ ਤਬਦੀਲੀ ਨੂੰ ਪ੍ਰਵਾਨ ਕਰਨ ਦੀ ਜ਼ਰੂਰਤ ਹੈ, ਉੱਥੇ ਆਪਣੇ ਪੁਰਾਣੇ ਪਹਿਰਾਵੇ ਨੂੰ ਵੀ ਉਤਸ਼ਾਹਿਤ ਕਰਨ ਦੀ ਲੋੜ ਹੈ। ਪਰ ਰਵਾਇਤੀ ਪਹਿਰਾਵੇ ਦੇ ਨਾਂ 'ਤੇ ਜਾਂ ਪੁਰਾਣੇ ਪਹਿਰਾਵੇ ਦੇ ਨਾਂ 'ਤੇ ਕਿਸੇ ਵਿਅਕਤੀ ਦੇ ਜੀਵਨ ਹੱਕ 'ਤੇ ਰੋਕ ਲਗਾਉਣੀ ਵੀ ਗਲਤ ਹੈ। ਧੱਕਾ ਨਹੀਂ ਕਿਸੇ ਨਾਲ ਕਰ ਸਕਦੇ ਅਸੀਂ ਕਿ ਆਹ ਹੀ ਚੀਜ਼ ਪਾਓ। ਇਹ ਗੱਲ ਮੁੰਡਿਆਂ ਦੇ ਪਹਿਰਾਵੇ 'ਤੇ ਵੀ ਓਨੀ ਲਾਗੂ ਹੋਣੀ ਚਾਹੀਦੀ। ਅਜੋਕੀ ਤਬਦੀਲੀ ਵਿੱਚ ਮੰਡੀ ਦਾ ਵੱਡਾ ਯੋਗਦਾਨ ਹੈ। ਬਾਜ਼ਾਰ ਵਿੱਚ ਵਿਦੇਸ਼ੀ ਰੈਡੀਮੇਡ ਕੱਪੜਿਆਂ ਦੀ ਭਰਮਾਰ ਹੈ। ਪੰਜਾਬੀ ਕੱਪੜੇ ਉੱਥੇ ਮਿਲਦੇ ਨਹੀਂ ਜਾਂ ਘੱਟ ਮਿਲਦੇ ਆ। ਸਾਡੇ ਪੋਸ਼ਾਕ ਨਿਰਮਾਤਾ ਜਿਹੜੇ ਪੋਸ਼ਾਕਾਂ ਬਣਾਉਂਦੇ ਆ, ਕੱਪੜੇ ਬਣਾਉਂਦੇ ਆ, ਉਹਨਾਂ ਨੂੰ ਸਾਡੇ ਸੋਝ ਸਵਾਦ ਅਨੁਸਾਰ ਚੰਗੀਆਂ ਦੇਸੀ ਪੋਸ਼ਾਕਾਂ ਮਾਰਕੀਟ ਵਿੱਚ ਲੈ ਕੇ ਆਉਣੀਆਂ ਚਾਹੀਦੀਆਂ। ਅੱਜ ਮੰਡੀ ਦੇ ਯੁੱਗ ਵਿੱਚ ਵੱਡੀ ਜ਼ਿੰਮੇਵਾਰੀ ਸਾਡੇ ਫਿਲਮੀ ਸਿਤਾਰਿਆਂ, ਵੱਡੇ ਖਿਡਾਰੀਆਂ, ਕਲਾਕਾਰਾਂ ਦੇ ਨਾਲ ਨਾਲ ਕਾਰਖਾਨੇਦਾਰਾਂ ਦੀ ਵੀ ਬਣ ਗਈ ਹੈ ਕਿ ਉਹ ਖੁਦ ਕੀ ਪਹਿਨਦੇ ਆ ਅਤੇ ਕਿਸ ਚੀਜ਼ ਨੂੰ ਉਤਸ਼ਾਹਿਤ ਕਰਦੇ ਆ। ਜੇ ਵੱਡੇ ਕਲਾਕਾਰ, ਖਿਡਾਰੀ ਪੰਜਾਬੀ ਸੱਭਿਆਚਾਰ ਨੂੰ ਪ੍ਰਫੁੱਲਿਤ ਕਰਨ ਵਾਲੀਆਂ ਡਰੈਸਾਂ ਪਹਿਨਣ ਤਾਂ ਆਮ ਲੋਕਾਂ ਦਾ ਵੀ ਉਹਨਾਂ 'ਤੇ ਪ੍ਰਭਾਵ ਪਏਗਾ। ਪੰਜਾਬੀ ਸੱਭਿਆਚਾਰ ਵਿੱਚ ਪਿਛਲੇ ਕੁਝ ਦਹਾਕਿਆਂ ਤੋਂ ਖਾਣ ਪੀਣ ਵਿੱਚ ਬੜੀ ਵੱਡੀ ਤਬਦੀਲੀ ਆਈ ਹੈ। ਪੰਜਾਬ ਦਾ ਰਵਾਇਤੀ ਖਾਣਾ ਤਾਂ ਦਾਲ ਸਬਜ਼ੀ, ਸਾਗ ਰੋਟੀ, ਖੀਰ ਕੜਾਹ, ਮਿੱਠੇ ਚੌਲ, ਲੱਡੂ, ਜਲੇਬੀਆਂ, ਸ਼ੱਕਰਪਾਰੇ, ਸ਼ਿਕੰਜਵੀ, ਸ਼ਰਬਤ, ਠੰਡਿਆਈ, ਸੱਤੂ ਇਹ ਰਹੇ ਨੇ। ਪਰ ਅੱਜ ਕੱਲ੍ਹ ਇਹਨਾਂ ਦੀ ਥਾਂ 'ਤੇ ਪੀਜ਼ਾ, ਬਰਗਰ, ਹੌਟ ਡੌਗ, ਚਾਕਲੇਟ, ਟਾਫੀਆਂ, ਕੋਲਡ ਡਰਿੰਕਸ ਇਹਨਾਂ ਦੀ ਵਰਤੋਂ ਪੰਜਾਬੀ ਲੋਕ ਵੱਡੇ ਪੱਧਰ 'ਤੇ ਕਰ ਰਹੇ ਆ। ਅਸਲ ਵਿੱਚ ਤਾਂ ਜਦੋਂ ਵੀ ਦੋ ਸੱਭਿਆਚਾਰਾਂ ਦੇ ਲੋਕ ਆਪਸ ਵਿੱਚ ਮਿਲਦੇ ਆ ਤਾਂ ਉਹਨਾਂ ਦਾ ਖਾਣ ਪੀਣ ਸਾਂਝਾ ਹੋ ਜਾਂਦਾ। ਪੰਜਾਬ ਵਿੱਚ ਪਹਿਲਾਂ ਵੀ ਮਾਸ ਪਕਾਉਣ ਦੇ ਬਹੁਤ ਸਾਰੇ ਤਰੀਕੇ ਮੁਗਲ ਆਪਣੇ ਨਾਲ ਲੈ ਕੇ ਆਏ। ਮਾਸ ਪਕਾਉਣ ਦੇ ਬੜੇ ਤਰੀਕੇ ਪੰਜਾਬੀਆਂ ਨੇ ਮੁਗਲਾਂ ਤੋਂ ਸਿੱਖੇ ਆ। ਰਸਗੁੱਲਾ ਬੰਗਾਲ ਤੋਂ ਆਇਆ, ਢੋਕਲਾ ਗੁਜਰਾਤ ਤੋਂ ਆਇਆ, ਡੋਸਾ, ਸਾਂਬਰ, ਇਡਲੀ ਇਹ ਦੱਖਣ ਤੋਂ ਆਏ ਆ। ਅੱਜ ਕੱਲ੍ਹ ਪੰਜਾਬੀ ਲੋਕ ਵੀ ਇਹਨਾਂ ਨੂੰ ਵਰਤਦੇ ਆ। ਇਹ ਦੁਨੀਆ ਜਦੋਂ ਇੱਕ ਪਿੰਡ ਬਣਨ ਜਾ ਰਹੀ ਹੈ ਤਾਂ ਸਾਰੇ ਤਰ੍ਹਾਂ ਦੇ ਖਾਣੇ ਦੁਨੀਆ ਵਿੱਚ ਮਿਲਣੇ ਹੀ ਆ। ਅਤੇ ਵਾਰਿਸ ਸ਼ਾਹ ਦੀ ਉਹ ਗੱਲ ਕਿ ਵਾਰਿਸ ਸ਼ਾਹ ਮੀਆਂ ਸਾਰਾ ਜੱਗ ਗੰਨਾ, ਮਜ਼ਾ ਚੱਖ ਲੈ ਪੋਰੀਆਂ ਪੋਰੀਆਂ ਦਾ, ਤਾਂ ਪੰਜਾਬੀ ਲੋਕਾਂ ਨੇ ਵੀ ਦੂਜਿਆਂ ਦੇ ਖਾਣਿਆਂ ਦਾ ਲੁਤਫ ਤਾਂ ਲੈਣਾ ਹੀ ਆ। ਪਰ ਵਿਚਾਰਨ ਵਾਲੀ ਗੱਲ ਸਿਰਫ ਇੰਨੀ ਹੈ ਕਿ ਸਾਨੂੰ ਆਪਣੇ ਰੋਜ਼ਾਨਾ ਜ਼ਿੰਦਗੀ ਵਿੱਚ ਪੰਜਾਬੀ ਖਾਣਿਆਂ ਦੀ ਥਾਂ ਬਣਾਈ ਰੱਖਣੀ ਚਾਹੀਦੀ ਹੈ। ਇਹ ਵਿਗਿਆਨਕ ਤੌਰ 'ਤੇ ਵੀ ਬੜਾ ਜ਼ਰੂਰੀ ਹੈ ਕਿਉਂਕਿ ਹਰ ਇਲਾਕੇ ਵਿੱਚ ਪੈਦਾ ਹੋਣ ਵਾਲੀ ਖਾਦ ਖੁਰਾਕ ਅਤੇ ਉਸ ਨੂੰ ਬਣਾਉਣ ਦਾ ਢੰਗ ਉੱਥੋਂ ਦੇ ਵਾਤਾਵਰਨ ਅਨੁਸਾਰ ਢਲਿਆ ਹੁੰਦਾ। ਸਾਡੇ ਪੁਰਾਣੇ ਖਾਣੇ ਜਾਂ ਸਾਡੇ ਰਵਾਇਤੀ ਖਾਣੇ ਖੁਰਾਕੀ ਤੱਤਾਂ ਦੇ ਮਾਮਲੇ ਵਿੱਚ ਚੰਗੇ ਅਤੇ ਬੜੇ ਸਸਤੇ ਵੀ ਆ, ਜਦੋਂ ਕਿ ਬਹੁਤ ਸਾਰੇ ਜਿਹੜੇ ਨਵੇਂ ਖਾਣੇ ਆ ਉਹ ਸਿਹਤ ਲਈ ਵੀ ਚੰਗੇ ਨਹੀਂ ਅਤੇ ਮਹਿੰਗੇ ਵੀ ਆ। ਬਿਨਾਂ ਸ਼ੱਕ ਸਾਡੇ ਪੁਰਾਣੇ ਖਾਣੇ ਘਰਾਂ ਵਿੱਚ ਜਾਂ ਘਰਾਂ ਦੇ ਨੇੜੇ ਹੀ ਕਿਤੇ ਪਕਾਵੇ ਮਿਲ ਜਾਂਦੇ ਸੀਗੇ, ਜਦੋਂ ਕਿ ਨਵੇਂ ਢੰਗ ਦਾ ਬਹੁਤਾ ਖਾਣਾ ਡੱਬਾ ਬੰਦ ਹੀ ਹੁੰਦਾ ਅਤੇ ਇਸ ਨੂੰ ਬਹੁਤ ਚਿਰ ਸਾਂਭ ਕੇ ਰੱਖਣ ਲਈ ਇਹਦੇ ਵਿੱਚ ਇਸ ਤਰ੍ਹਾਂ ਦੇ ਕੈਮੀਕਲ ਰੱਖੇ ਜਾਂਦੇ ਆ ਜਿਹੜੇ ਇਹਨੂੰ ਲੰਬਾ ਸਮਾਂ ਰੱਖਦੇ ਆ ਅਤੇ ਉਹ ਬੜੇ ਘਾਤਕ ਹੁੰਦੇ ਆ ਸਾਡੀ ਸਿਹਤ ਲਈ। ਬਿਨਾਂ ਸ਼ੱਕ ਅੱਜ ਪੰਜਾਬੀ ਸੱਭਿਆਚਾਰ ਦੀ ਪਛਾਣ ਬਣ ਚੁੱਕੇ ਖਾਣੇ ਜਿਵੇਂ ਪਰੌਂਠਾ, ਚੂਰੀ, ਸਮੋਸਾ, ਸਾਗ, ਮੱਕੀ ਦੀ ਰੋਟੀ ਇਹ ਦੁਨੀਆ ਭਰ 'ਚ ਪ੍ਰਸਿੱਧ ਨੇ। ਸਾਨੂੰ ਆਪਣੇ ਸੱਭਿਆਚਾਰ ਦੇ ਰਵਾਇਤੀ ਖਾਣਿਆਂ ਨੂੰ ਤਰਜੀਹ ਦੇਣੀ ਚਾਹੀਦੀ ਹੈ, ਜਾਣੀ ਪਹਿਲ ਦੇਣੀ ਚਾਹੀਦੀ ਹੈ। ਖੁਰਾਕੀ ਤੱਤਾਂ ਦੇ ਪੱਖੋਂ ਇਹ ਗੱਲ ਦਾਅਵੇ ਨਾਲ ਕਹੀ ਜਾ ਸਕਦੀ ਹੈ ਕਿ ਕਿਸੇ ਵੀ ਕੰਪਨੀ ਦੇ ਠੰਡਿਆਂ ਨਾਲੋਂ ਲੱਸੀ ਅਤੇ ਸ਼ਿਕੰਜਵੀ ਕਿਤੇ ਵੱਧ ਲਾਭਦਾਇਕ ਨੇ। ਤਾਜ਼ਾ ਗੰਨੇ ਦਾ ਰਸ ਦਾ ਮੁਕਾਬਲਾ ਕੋਈ ਵੀ ਡੱਬਾਬੰਦ ਜੂਸ ਨਹੀਂ ਕਰ ਸਕਦਾ। ਸਾਨੂੰ ਆਪਣੇ ਸਥਾਨਕ ਲੋਕਲ ਖਾਣ ਪੀਣ ਵਾਲੇ ਪਦਾਰਥਾਂ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਉਹਨਾਂ ਨੂੰ ਵਰਤਣ ਦੀ ਲੋੜ ਹੈ। ਇਹ ਕੇਵਲ ਸਾਡੇ ਸੱਭਿਆਚਾਰ ਦੀ ਰਾਖੀ ਨਹੀਂ ਕਰੇਗਾ, ਸਗੋਂ ਇਹ ਪੰਜਾਬ ਦੇ ਅਰਥਚਾਰੇ ਲਈ ਵੀ ਬੜਾ ਜ਼ਰੂਰੀ ਹੈ। ਜਿਹੜੀਆਂ ਚੀਜ਼ਾਂ ਇੱਥੇ ਪੈਦਾ ਹੁੰਦੀਆਂ ਜੇ ਉਹਨਾਂ ਦੀ ਖਪਤ ਵੀ ਪੰਜਾਬ 'ਚ ਹੀ ਹੋਣ ਲੱਗ ਜੇ, ਉਸ ਨੂੰ ਅਸੀਂ ਉਤਸ਼ਾਹਿਤ ਕਰੀਏ ਅਤੇ ਪੰਜਾਬ ਦਾ ਅਰਥਚਾਰਾ ਬੜਾ ਵੱਡਾ ਵਧੀਆ ਤਰੀਕੇ ਨਾਲ ਅੱਗੇ ਵੱਧ ਸਕਦਾ। ਕੁਝ ਸਮੇਂ ਤੋਂ ਪੰਜਾਬੀ ਸੱਭਿਆਚਾਰ ਅੰਦਰ ਸ਼ਰਾਬ ਅਤੇ ਹੋਰ ਨਸ਼ਿਆਂ ਦੀ ਵਰਤੋਂ ਬੜੀ ਵਧੀ ਹੈ। ਇਹ ਪੰਜਾਬੀ ਸੱਭਿਆਚਾਰ 'ਤੇ ਇੱਕ ਬੜਾ ਵੱਡਾ ਧੱਬਾ ਲੱਗ ਗਿਆ। ਪਹਿਲਾਂ ਸ਼ਰਾਬ ਅਮੀਰ ਲੋਕ ਹੀ ਜ਼ਿਆਦਾ ਵਰਤਦੇ ਸੀ, ਉਹਨਾਂ ਦੀ ਅਯਾਸ਼ੀ ਦਾ ਚਿੰਨ੍ਹ ਸੀ।
ਆਮ ਲੋਕ ਤੇ ਕਦੇ ਕਦਾਈ ਵਿਆਹ ਸ਼ਾਦੀ ਜਾਂ ਮੇਲੇ ਤਿਉਹਾਰ 'ਤੇ ਇਹਦੀ ਵਰਤੋਂ ਕਰ ਲੈਂਦੇ ਸੀ, ਪਰ ਅੱਜ ਸ਼ਰਾਬ ਨੂੰ ਇਸ ਤਰ੍ਹਾਂ ਪੇਸ਼ ਕੀਤਾ ਜਾ ਰਿਹਾ ਹੈ ਜਿਵੇਂ ਪੰਜਾਬੀ ਸੱਭਿਆਚਾਰ ਦਾ ਮੁੱਖ ਚਿੰਨ੍ਹ ਹੁੰਦੀ ਹੈ। ਇਸ ਤਰ੍ਹਾਂ ਪੰਜਾਬੀ ਗੀਤਾਂ ਸਕੀਤਾਂ ਵਿੱਚ ਇਹਨੂੰ ਉਚਾਇਆ ਜਾ ਰਿਹਾ, ਦੱਸਿਆ ਜਾ ਰਿਹਾ ਜਿਵੇਂ ਪੰਜਾਬੀ ਲੋਕ ਪਹਿਲਾਂ ਵੀ ਸ਼ਰਾਬ ਤੋਂ ਬਿਨਾਂ ਸਾਰਦੇ ਨਹੀਂ ਸੀ ਹੁੰਦੇ। ਹਾਲਾਂਕਿ ਇਹ ਬਿਲਕੁਲ ਉਲਟ ਹੈ। ਸੱਚ ਇਹ ਹੈ ਕਿ ਪੰਜਾਬੀ ਲੋਕ ਪਹਿਲੋਂ ਕਦੇ ਕਦਾਈ ਇਸ ਨਸ਼ੇ ਦੀ ਵਰਤੋਂ ਕਰ ਲੈਂਦੇ ਸੀ, ਨਹੀਂ, ਲੇਕਿਨ ਜਿਸ ਤਰ੍ਹਾਂ ਗੀਤਾਂ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਤਰ੍ਹਾਂ ਕਦੇ ਨਹੀਂ ਸੀ। ਇਹ ਨਸ਼ੇ ਸਰੀਰ ਲਈ ਵੀ ਬੜੇ ਨੁਕਸਾਨਦੇਹ ਹੈ। ਇਹ ਬੰਦਿਆਂ ਨੂੰ ਮਾਨਸਿਕ ਤੌਰ 'ਤੇ ਅਪਾਹਜ ਬਣਾਉਂਦੇ ਆ ਅਤੇ ਉਹਨਾਂ ਨੂੰ ਆਰਥਿਕ ਤੌਰ 'ਤੇ ਵੀ ਬੜੀ ਢਾਹ ਲਾਉਂਦੇ ਆ। ਅੱਜ ਨਸ਼ੇ ਪੰਜਾਬ ਦੀ ਜਵਾਨੀ ਨੂੰ ਖਾ ਰਹੇ ਆ। ਇਹ ਸਾਡੇ ਸੱਭਿਆਚਾਰ ਦਾ ਬੜਾ ਮਾੜਾ ਪੱਖ ਹੈ। ਪੰਜਾਬ ਨੂੰ ਜਾਂ ਪੰਜਾਬ ਸਰਕਾਰਾਂ ਨੂੰ ਚਾਹੀਦਾ ਕਿ ਇਸ ਨੂੰ ਖਤਮ ਕਰਨ ਲਈ ਸਖਤ ਕਾਨੂੰਨ ਬਣਾਏ। ਪਿਛਲੇ ਕੁਝ ਸਮਿਆਂ ਵਿੱਚ ਦੋ ਵੱਡੀਆਂ ਤਬਦੀਲੀਆਂ ਵਾਪਰੀਆਂ। ਇੱਕ ਤਬਦੀਲੀ ਪਿੰਡਾਂ ਦੀ ਬਜਾਏ ਸ਼ਹਿਰ ਵਿੱਚ ਵਸਣ ਦੀ, ਦੂਜੀ ਵੱਡੇ ਸਾਂਝੇ ਪਰਿਵਾਰਾਂ ਦੀ ਥਾਂ 'ਤੇ ਛੋਟੇ ਜੋੜਾ ਪਰਿਵਾਰਾਂ ਦਾ ਵਧਣਾ। ਇਸ ਦਾ ਕਾਰਨ ਨੌਕਰੀਆਂ ਵਿੱਚ ਵਾਧਾ ਅਤੇ ਸ਼ਹਿਰ ਦੇ ਮੁਕਾਬਲੇ ਪਿੰਡਾਂ ਵਿੱਚ ਸਹੂਲਤਾਂ ਦਾ ਘੱਟ ਹੋਣਾ, ਕਿਉਂਕਿ ਪਿੰਡਾਂ 'ਚ ਸ਼ਹਿਰ ਜਿੰਨੀਆਂ ਸਹੂਲਤਾਂ ਨਹੀਂ ਹੁੰਦੀਆਂ। ਇਹਨਾਂ ਦੋ ਰੁਝਾਨਾਂ ਨੇ ਰਵਾਇਤੀ ਪੰਜਾਬੀ ਸੱਭਿਆਚਾਰ ਨੂੰ ਢਾਹ ਲਾਈ ਹੈ। ਬਹੁਤ ਸਾਰੇ ਤਿਉਹਾਰ ਜਿਵੇਂ ਤੀਆਂ, ਲੋਹੜੀ, ਸਾਂਝੀ ਇਹ ਇੰਨੇ ਬਦਲ ਗਏ ਹੈ ਕਿ ਹੁਣ ਇਹ ਪੰਜਾਬੀ ਤਿਉਹਾਰ ਹੀ ਨਹੀਂ ਲੱਗਦੇ। ਉਦਾਹਰਨ ਵਜੋਂ ਪਹਿਲਾਂ ਪਿੰਡਾਂ ਵਿੱਚ ਸਾਉਣ ਮਹੀਨੇ 15 ਦਿਨ ਤੀਆਂ ਚੱਲਦੀਆਂ ਹੁੰਦੀਆਂ ਸੀ ਅਤੇ ਇਹ ਤੀਆਂ ਨਵੀਆਂ ਵਿਆਹੀਆਂ ਕੁੜੀਆਂ ਦੇ ਮਿਲਣ ਦਾ ਸਾਧਨ ਹੁੰਦੀਆਂ ਸੀ। ਫਿਰ ਜਿਹੜੀਆਂ ਨਵੀਆਂ ਕੁੜੀਆਂ ਛੋਟੀਆਂ ਹੁੰਦੀਆਂ ਸੀ ਉਹਨਾਂ ਦੇ ਗਿੱਧਾ ਸਿੱਖਣ ਦੀ ਵਰਕਸ਼ਾਪ ਵੀ ਹੁੰਦੀਆਂ ਸਨ ਇਹ ਤੀਆਂ। ਪਰ ਅੱਜ ਕੱਲ੍ਹ ਆਧੁਨਿਕ ਕਲੱਬਾਂ ਦਫ਼ਤਰਾਂ ਵਿੱਚ ਹੀ ਤੀਆਂ ਲੱਗਦੀਆਂ। ਇੱਕ ਦਿਨ ਜਾਂ 2 ਘੰਟੇ ਤੀਆਂ ਲੱਗਦੀਆਂ, ਫਿਰ ਮੁੱਖ ਅਫਸਰ ਜਾਂ ਵੱਡੇ ਅਫਸਰ ਦੀ ਪਤਨੀ ਨਾਲ ਪੀਂਘ 'ਤੇ ਫੋਟੋ ਖਿਚਾ ਲਈ, ਨਹੀਂ ਬਸ ਇੱਥੋਂ ਤੱਕ ਇਹ ਚੀਜ਼ਾਂ ਜਿਹੜੀਆਂ ਸੀਮਿਤ ਹੋ ਕੇ ਰਹਿ ਗਈਆਂ। ਵੱਧ ਤੋਂ ਵੱਧ ਇੱਥੇ ਕੀ ਹੁੰਦਾ ਉਸ ਸਮੇਂ ਕਿ ਖਾਣ ਪੀਣ ਦੀਆਂ ਸਟਾਲਾਂ ਲਾ ਲਈਆਂ ਜਾਂਦੀਆਂ, ਸਾਰੇ ਤਰ੍ਹਾਂ ਦੀਆਂ ਵਸਤੂਆਂ ਉੱਥੇ ਮਿਲ ਜਾਂਦੀਆਂ। ਰਵਾਇਤੀ ਭਾਈਚਾਰਕ ਸਾਂਝ ਅਤੇ ਬਰਾਬਰਤਾ ਦੇ ਤਿਉਹਾਰ ਆਧੁਨਿਕ ਖਪਤਕਾਰੀ ਯੁੱਗ ਵਿੱਚ ਚਾਪਲੂਸੀ ਦੇ ਸਾਧਨ ਬਣ ਕੇ ਰਹਿ ਗਏ। ਸਾਡੇ ਰਵਾਇਤੀ ਤਿਉਹਾਰਾਂ ਨੂੰ ਬਚਾਉਣ ਦੀ ਜ਼ਰੂਰਤ ਹੈ, ਪਰ ਇਹਨਾਂ ਵਿਚਲੀ ਰਵਾਇਤੀ ਪੁਰਾਣੀ ਖੁਸ਼ਬੂ ਬਰਕਰਾਰ ਰਹਿਣੀ ਚਾਹੀਦੀ ਹੈ। ਨੌਕਰੀ ਪੇਸ਼ਾ ਸਮਾਜ ਵਿੱਚ ਆਬਾਦੀ ਦੇ ਵਾਧੇ ਨੂੰ ਠੱਲ੍ਹ ਪਾਉਣ ਲਈ ਛੋਟੇ ਪਰਿਵਾਰ ਪੈਦਾ ਹੋਣੇ ਸੁਭਾਵਿਕ ਗੱਲ ਹੈ। ਸੰਯੁਕਤ ਪਰਿਵਾਰਾਂ ਵਿੱਚ ਆਪਣੇ ਢੰਗ ਦੀਆਂ ਸਮੱਸਿਆਵਾਂ ਨੇ। ਜਿਹੜੇ ਵੱਡੇ ਪਰਿਵਾਰ ਹੁੰਦੇ ਸੀ ਜਿਹਦੇ 'ਚ 15-15, 20-20 ਜਣੇ ਰਹਿੰਦੇ ਸੀ, ਉਹਨਾਂ ਦੀਆਂ ਵੀ ਕੁਝ ਸਮੱਸਿਆਵਾਂ ਖੜੀਆਂ ਹੋ ਗਈਆਂ ਸੀ। ਉਹਨਾਂ ਵਿੱਚ ਵਿਅਕਤੀਗਤ ਆਜ਼ਾਦੀ ਲਈ ਬਿਲਕੁਲ ਥਾਂ ਨਹੀਂ ਸੀ। ਆਧੁਨਿਕ ਜੋੜਾਂ ਪਰਿਵਾਰਾਂ ਵਿੱਚ ਵਿਅਕਤੀਗਤ ਆਜ਼ਾਦੀ ਤਾਂ ਬੜੀ ਹੈ, ਖੁੱਲ੍ਹ ਤਾਂ ਬਹੁਤ ਹੈ ਬੱਚਿਆਂ ਨੂੰ, ਪਰ ਦੁੱਖ ਸੁੱਖ ਦੀ ਸਾਂਝ ਨਹੀਂ ਹੈ। ਨਵੀਂ ਪੀੜ੍ਹੀ ਨੇ ਆਪਣੇ ਸੱਭਿਆਚਾਰਕ ਸੰਸਕਾਰ ਜਿਹੜੇ ਹੈ ਉਹ ਪੁਰਾਣੀ ਪੀੜ੍ਹੀ ਤੋਂ ਲੈਣੇ ਹੁੰਦੇ ਆ। ਜੇ ਘਰ ਵਿੱਚ ਬਜ਼ੁਰਗ ਹੀ ਨਹੀਂ ਤਾਂ ਉਹ ਸੰਸਕਾਰ ਕਿੱਥੋਂ ਲੈ ਸਕਦੇ? ਬਿਨਾਂ ਸ਼ੱਕ ਬਦਲੀ ਪਰਿਸਥਿਤੀ ਵਿੱਚ ਰਵਾਇਤੀ ਕਿਸਮ ਦੇ ਸੰਯੁਕਤ ਪਰਿਵਾਰ ਤਾਂ ਸੰਭਵ ਨਹੀਂ ਹਨ। ਵੱਡੇ ਪਰਿਵਾਰਾਂ ਦਾ ਅੱਜ ਕੱਲ੍ਹ ਸੰਭਵ ਨਹੀਂ ਹੋ ਸਕਦੇ ਕਿ 15-18 ਜਣੇ ਇੱਕ ਘਰ ਵਿੱਚ ਰਹਿਣ। ਪਰ ਇੱਕ ਗੱਲ ਕੀਤੀ ਜਾ ਸਕਦੀ ਹੈ ਕਿ ਜੋੜਾ ਪਰਿਵਾਰ ਪਤੀ ਪਤਨੀ ਆਪਣੇ ਬੱਚਿਆਂ ਨਾਲ ਆਪਣੇ ਵੱਡੇ ਬਜ਼ੁਰਗਾਂ ਨੂੰ ਨਾਲ ਰੱਖ ਲੈਣ। ਇਹ ਇੱਕ ਵਿਚਕਾਰਲਾ ਜਿਹਾ ਰੂਪ ਹੈ ਪਰਿਵਾਰ ਦਾ। ਇਹ ਉਹ ਗੱਲ ਹੈ ਕਿ ਨਾਲੇ ਤਾਂ ਪੁੰਨ ਨਾਲੇ ਫਲੀਆਂ ਵਾਲੀ ਗੱਲ ਹੈ। ਨਾਲੇ ਤਾਂ ਮਾਪਿਆਂ ਪ੍ਰਤੀ ਫਰਜ਼ ਵੀ ਅਦਾ ਹੋ ਜਾਏਗਾ, ਨਾਲੇ ਨਵੀਂ ਪੀੜ੍ਹੀ ਨੂੰ ਬਜ਼ੁਰਗ ਰਾਹ ਵੀ ਦੱਸਣਗੇ। ਓਲਡ ਏਜ ਹੋਮ ਪੰਜਾਬੀ ਸੱਥ ਦਾ ਬਦਲ ਨਹੀਂ ਹੈ। ਸਾਨੂੰ ਨਵੀਆਂ ਪਰਿਸਥਿਤੀਆਂ ਅਨੁਸਾਰ ਨਵੇਂ ਸੱਭਿਆਚਾਰਕ ਮਾਪਦੰਡ ਸਿਰਜਣੇ ਪੈਣੇ ਨੇ। ਇਸ ਸਮੇਂ ਪੰਜਾਬੀਆਂ ਵਿੱਚ ਵਿਦੇਸ਼ ਜਾਣ ਦਾ ਬੜਾ ਰੁਝਾਨ ਵਧਿਆ। ਅੱਜ ਕੱਲ੍ਹ ਜਦੋਂ ਦੁਨੀਆ ਇੱਕ ਹੋ ਰਹੀ ਹੈ ਤਾਂ ਇਹ ਕੋਈ ਮਾੜੀ ਗੱਲ ਵੀ ਨਹੀਂ ਹੈ। ਸਮੱਸਿਆ ਉਸ ਸਮੇਂ ਪੈਦਾ ਹੁੰਦੀ ਹੈ ਜਦੋਂ ਬਿਨਾਂ ਸੋਚੇ ਸਮਝੇ, ਬਿਨਾਂ ਕਿਸੇ ਪੜ੍ਹਾਈ ਲਿਖਾਈ ਦੇ ਅੰਨ੍ਹੇਵਾਹ ਲੱਖਾਂ ਰੁਪਈਏ ਖਰਚ ਕੇ ਗੈਰ ਕਾਨੂੰਨੀ ਢੰਗ ਨਾਲ ਇਹ ਸੋਚ ਕੇ ਵਿਦੇਸ਼ ਚਲੇ ਜਾਂਦੇ ਆ ਕਿ ਸ਼ਾਇਦ ਉੱਥੇ ਡਾਲਰ ਅਤੇ ਪਾਉਂਡ ਬੜੀ ਥੋੜ੍ਹੀ ਮਿਹਨਤ ਨਾਲ ਹੀ ਮਿਲ ਜਾਣਗੇ, ਜੋ ਉਹਨਾਂ ਦਾ ਭੁਲੇਖਾ ਹੁੰਦਾ। ਇੰਝ ਗੈਰ ਕਾਨੂੰਨੀ ਢੰਗ ਨਾਲ ਵਿਦੇਸ਼ਾਂ ਵਿੱਚ ਜਾਣ ਵਾਲਾ ਬੰਦਾ ਵਿਦੇਸ਼ਾਂ ਵਿੱਚ ਪੰਜਾਬੀ ਸੱਭਿਆਚਾਰ ਦੀ ਖੁਸ਼ਬੂ ਨਹੀਂ ਫੈਲਾ ਸਕਦਾ। ਖੁਸ਼ਬੂ ਉਹ ਹੀ ਵਿਅਕਤੀ ਫੈਲਾ ਸਕਦਾ ਹੈ
ਜੋ ਕਾਨੂੰਨੀ ਢੰਗ ਨਾਲ ਪੂਰੀ ਤਿਆਰੀ ਕਰਕੇ ਵਿਦੇਸ਼ ਜਾਂਦਾ। ਦੂਸਰੇ ਵਿਅਕਤੀ ਤਾਂ ਆਪਣੀ ਹੋਂਦ ਬਚਾਉਣ ਅਤੇ ਉੱਥੇ ਪੱਕੇ ਹੋਣ ਦੀ ਲੜਾਈ ਵਿੱਚ ਹੀ ਜ਼ਿੰਦਗੀ ਕੱਢ ਦਿੰਦੇ ਆ। ਨਵੀਂ ਪੀੜ੍ਹੀ ਨਵੇਂ ਸੰਚਾਰ ਸਾਧਨਾਂ ਦੀ ਬੜੀ ਖੁੱਲ੍ਹ ਕੇ ਵਰਤੋਂ ਕਰ ਰਹੀ ਹੈ, ਜਿਨ੍ਹਾਂ ਵਿੱਚ ਕੰਪਿਊਟਰ, ਇੰਟਰਨੈਟ, ਸੈਟੇਲਾਈਟ ਚੈਨਲ, ਮੋਬਾਇਲ, ਟੈਲੀਫੋਨ, ਇਹ ਚੀਜ਼ਾਂ ਨੇ। ਇਹ ਸਿਰਫ ਸੰਚਾਰ ਦੇ ਸਾਧਨ ਨਹੀਂ, ਸਗੋਂ ਆਪਣੇ ਆਪ ਵਿੱਚ ਵੀ ਇੱਕ ਸੰਦੇਸ਼ ਨੇ। ਇਹ ਸਾਧਨ ਪੰਜਾਬੀ ਸੱਭਿਆਚਾਰ ਨੂੰ ਬਚਾਉਣ, ਨਵ ਸਿਰਜਣ, ਨਵੇਂ ਤੇਰੇ ਸਿਰੇ ਤੋਂ ਸਿਰਜਣ ਅਤੇ ਦੂਰ ਦੂਰ ਫੈਲਾਉਣ ਲਈ ਵੀ ਵਰਤੇ ਜਾ ਸਕਦੇ ਆ, ਅਤੇ ਪੰਜਾਬੀ ਸੱਭਿਆ ਉੱਤੇ ਮਾਰੂ ਪ੍ਰਭਾਵ ਵੀ ਪਾ ਸਕਦੇ ਆ। ਦੋਨੇ ਚੀਜ਼ਾਂ ਹੋ ਸਕਦੀਆਂ। ਇਹ ਹੁਣ ਪੰਜਾਬੀਆਂ ਦੇ ਹੱਥ 'ਚ ਹੈ ਕਿ ਇਹਨਾਂ ਚੀਜ਼ਾਂ ਦੀ ਵਰਤੋਂ ਕਿਵੇਂ ਕਰਨੀ ਹੈ। ਪੁਰਾਣੀ ਪੀੜ੍ਹੀ ਨਵੇਂ ਸੰਚਾਰ ਸਾਧਨਾਂ ਨੂੰ ਮਾੜਾ ਆ ਕੇ ਖਹਿੜਾ ਵੀ ਨਹੀਂ ਛਡਾ ਸਕਦੀ, ਸਗੋਂ ਉਹਨੂੰ ਨਵੀਂ ਪੀੜ੍ਹੀ ਦੇ ਹਾਣੀ ਬਣ ਕੇ ਉਹਨਾਂ ਦੀ ਅਗਵਾਈ ਕਰਨੀ ਪੈਣੀ ਹੈ। ਉਹਨਾਂ ਨੂੰ ਦੱਸਣਾ ਪੈਣਾ ਕਿ ਇਹਨਾਂ ਨੂੰ ਕਿਵੇਂ ਵਰਤੋ। ਨਹੀਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ ਅੰਦਰ ਹੀ ਪੀੜ੍ਹੀ ਪਾੜਾ ਇੰਨਾ ਵੱਧੇਗਾ ਕਿ ਮਾਪੇ ਬੱਚਿਆਂ ਦੀ ਗੱਲ ਸਮਝਣ ਤੋਂ ਅਸਮਰੱਥ ਹੋ ਜਾਣਗੇ। ਨਵੀਆਂ ਪਰਿਸਥਿਤੀਆਂ ਵਿੱਚ ਸਮਾਜ ਅੰਦਰ ਨਵੀਆਂ ਸਮੱਸਿਆਵਾਂ ਅਤੇ ਲੋੜਾਂ ਪੈਦਾ ਹੁੰਦੀਆਂ ਰਹਿੰਦੀਆਂ। ਇਹਨਾਂ ਸਾਰੀਆਂ ਸਮੱਸਿਆ ਨੂੰ ਕੇਵਲ ਕਾਨੂੰਨ ਬਣਾ ਕੇ ਹੱਲ ਨਹੀਂ ਕੀਤਾ ਜਾ ਸਕਦਾ। ਜਿੰਨੀ ਦੇਰ ਉਹਨਾਂ ਸਮੱਸਿਆਵਾਂ ਪ੍ਰਤੀ ਚੇਤਨਾ ਸਾਡੇ ਸੱਭਿਆਚਾਰ ਦਾ ਅੰਗ ਨਹੀਂ ਬਣਦੀ। ਉਦਾਹਰਨ ਵਜੋਂ ਵਾਤਾਵਰਣ ਦੀ ਸਮੱਸਿਆ ਕੇਵਲ ਕਾਨੂੰਨਾਂ ਨਾਲ ਹੱਲ ਨਹੀਂ ਹੋਣੀ। ਸਾਨੂੰ ਤਾਂ ਆਪਣਾ ਵਿਰਸਾ ਫੈਲਾਉਣਾ ਪੈਣਾ, ਜਿਸ ਵਿੱਚ ਮਾਤਾ ਧਰਤ ਮਹੱਤ ਹੈ। ਉਹਨਾਂ ਬਜ਼ੁਰਗਾਂ ਦੀਆਂ ਆਦਤਾਂ ਨੂੰ ਮੁੜ ਯਾਦ ਕਰਨਾ ਪੈਣਾ ਹੈ, ਜਿਹੜੇ ਰਾਤ ਨੂੰ ਦਰਖਤ ਤੋਂ ਦਾਤਣ ਨਹੀਂ ਸੀ ਤੋੜਦੇ ਹੁੰਦੇ ਕਿ ਹੁਣ ਦਰਖਤ ਸੁੱਤਾ ਪਿਆ। ਦਰਖਤਾਂ ਵਿੱਚ ਜੀਵਨ ਸਮਝਣਾ ਅਤੇ ਉਹਨਾਂ ਪ੍ਰਤੀ ਸੰਵੇਦਨਸ਼ੀਲਤਾ ਮੁੜ ਪਛਾਣਨ ਦੀ ਲੋੜ ਹੈ। ਕੈਨੇਡਾ ਦੇ ਵੱਡੇ ਵੱਡੇ ਸਟੋਰਾਂ ਵਿੱਚ ਕੈਰੀ ਬੈਗ ਭਾਵ ਝੋਲਾ ਦਿਖਾਉਣ ਨਾਲ ਬਿੱਲ ਤੋਂ ਛੋਟ ਮਿਲਦੀ ਹੈ, ਬਿੱਲ 'ਤੇ ਮਾੜੀ ਮੋਟੀ ਛੋਟ ਮਿਲਦੀ ਹੈ। ਸਾਡੇ ਸੱਭਿਆਚਾਰ ਵਿੱਚ ਤਾਂ ਝੋਲੇ ਦੀ ਪਰੰਪਰਾ ਬੜੀ ਪੁਰਾਣੀ ਹੈ, ਜੋ ਅਸੀਂ ਛੱਡ ਦਿੱਤੀ। ਹੁਣ ਅਸੀਂ ਲਿਫਾਫਿਆਂ 'ਤੇ ਆ ਗਏ, ਮੋਮੀ ਕਾਗਜ਼ਾਂ 'ਤੇ। ਹੁਣ ਸਾਨੂੰ ਆਪਣੀਆਂ ਪੁਰਾਣੀਆਂ ਆਦਤਾਂ ਮੁੜ ਸੁਰਜੀਤ ਕਰਨ ਦੀ ਲੋੜ ਹੈ। ਜਿਵੇਂ ਅੱਜ ਤੋਂ ਕੁਝ ਸਾਲ ਪਹਿਲਾਂ ਵਿਅਕਤੀ ਮੰਡੀ ਝੋਲਾ ਲੈ ਕੇ ਜਾਂਦਾ ਹੁੰਦਾ ਸੀ, ਉਵੇਂ ਹੁਣ ਵੀ ਪਲਾਸਟਿਕ ਦੇ ਲਿਫਾਫਿਆਂ ਤੋਂ ਨਿਜਾਤ ਝੋਲੇ ਦੀ ਪਰੰਪਰਾ ਨੂੰ ਮੁੜ ਸ਼ੁਰੂ ਕਰਕੇ ਇਹ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਪ੍ਰਕਾਰ ਸਾਨੂੰ ਆਪਣੀਆਂ ਨਵੀਆਂ ਸੱਭਿਆਚਾਰਕ ਪਰੰਪਰਾਵਾਂ ਵਿਕਸਿਤ ਕਰਨੀਆਂ ਚਾਹੀਦੀਆਂ। ਜਿਵੇਂ ਜਨਮ ਦਿਨ 'ਤੇ ਮਨਾਉਣ ਸਮੇਂ ਜਾਂ ਕਿਸੇ ਵਿਛੜੇ ਦੀ ਯਾਦ ਸਮੇਂ ਕੋਈ ਰੁੱਖ ਲਾ ਦਿਓ, ਬੜੀ ਚੰਗੀ ਗੱਲ ਹੈ। ਇਹਦੇ ਨਾਲੇ ਪੰਜਾਬ 'ਚ ਹਰਿਆਲੀ ਵੱਧ ਜਾਏਗੀ, ਨਾਲੇ ਵਾਤਾਵਰਣ ਦੀ ਸਮੱਸਿਆ ਹੱਲ ਹੋਏਗੀ। ਸੱਭਿਆਚਾਰ ਲਈ ਭਾਸ਼ਾ ਵਾਹਨ ਹੁੰਦੀ ਹੈ ਅਤੇ ਕਲਾਵਾਂ ਇਹਦਾ ਚਿਹਰਾ। ਜੇ ਭਾਸ਼ਾ ਬਦਲ ਜਾਵੇ ਤਾਂ ਸੱਭਿਆਚਾਰ ਵੀ ਬਦਲ ਜਾਂਦਾ। ਅੰਗਰੇਜ਼ਾਂ ਦੀ ਆਧੁਨਿਕ ਸਿੱਖਿਆ ਨਾਲ ਅੰਗਰੇਜ਼ੀ ਭਾਸ਼ਾ ਆਈ। ਅੰਗਰੇਜ਼ ਤਾਂ ਇੱਥੋਂ ਚਲੇ ਗਏ, ਪਰ ਸਾਡੇ ਨਾਲ ਅੰਗਰੇਜ਼ੀ ਭਾਸ਼ਾ ਇੱਥੇ ਹੀ ਛੱਡ ਗਏ। ਸਾਡੇ ਨਾਲ ਉਹ ਹੋਈ ਕਿ ਡੈਣ ਮਰ ਗਈ ਪਰ ਦੰਦ ਆਲੇ 'ਚ ਰੱਖ ਗਈ। ਅੰਗਰੇਜ਼ੀ ਭਾਸ਼ਾ ਸੱਭਿਆਚਾਰਕ ਕਲਾਵਾਂ ਦੀ ਅੰਤਰਰਾਸ਼ਟਰੀ ਮੰਡੀ ਹੈ। ਉਹ ਆਪਣੀ ਇਸ਼ਤਿਹਾਰਬਾਜ਼ੀ ਅਤੇ ਤਕਨੀਕ ਰਾਹੀਂ ਸਾਰੀ ਦੁਨੀਆ ਦੇ ਸੱਭਿਆਚਾਰਾਂ ਨੂੰ ਪ੍ਰਭਾਵਿਤ ਕਰ ਰਹੀ ਹੈ। ਜਦੋਂ ਬੱਚਾ ਮਾਂ ਬੋਲੀ ਦੀ ਥਾਂ ਅੰਗਰੇਜ਼ੀ ਭਾਸ਼ਾ ਸਿੱਖੇਗਾ ਤਾਂ ਅੰਗਰੇਜ਼ੀ ਸੱਭਿਆਚਾਰ ਨੂੰ ਆਪਣੇ ਆਪ ਸਾਡੇ 'ਤੇ ਉਹਦਾ ਅਸਰ ਹੋ ਜਾਣਾ। ਬੱਚੇ ਨੂੰ ਅੰਗਰੇਜ਼ੀ ਕਾਰਟੂਨ, ਅੰਗਰੇਜ਼ੀ ਫਿਲਮਾਂ, ਅੰਗਰੇਜ਼ੀ ਗੀਤ, ਅੰਗਰੇਜ਼ੀ ਸਾਹਿਤ ਹੀ ਚੰਗਾ ਲੱਗੇਗਾ। ਉਹ ਆਪਣੀਆਂ ਦਾਦੀਆਂ ਨਾਨੀਆਂ ਦੀਆਂ ਬਾਤਾਂ, ਅਖਾਣਾਂ, ਮੁਹਾਵਰਿਆਂ ਨੂੰ ਸਮਝ ਨਹੀਂ ਸਕੇਗਾ। ਦੁੱਖ ਦੀ ਗੱਲ ਇਹ ਹੈ ਕਿ ਉਹ ਵਿਰਸੇ ਵਿੱਚ ਛੁਪੇ ਸਾਡੇ ਸੱਭਿਆਚਾਰ ਤੋਂ ਵੀ ਟੁੱਟ ਜਾਏਗਾ। ਪੰਜਾਬੀ ਸੱਭਿਆਚਾਰ ਸੰਯੁਕਤ ਸੱਭਿਆਚਾਰ ਸੀ, ਜਿਸ ਵਿੱਚ ਹਿੰਦੂ, ਮੁਸਲਿਮ, ਸਿੱਖ, ਈਸਾਈ, ਜੈਨੀ, ਬੋਧੀ ਸਾਰੇ ਆਪੋ ਆਪਣਾ ਯੋਗਦਾਨ ਪਾਉਂਦੇ ਸੀ। ਦੇਸ਼ ਆਜ਼ਾਦ ਹੋਣ ਸਮੇਂ ਹੋਈ ਦੇਸ਼ ਵੰਡ ਕਾਰਨ ਇਹ ਭੂਗੋਲਿਕ ਖਿੱਤਾ ਦੋ ਭਾਗਾਂ ਪਾਕਿਸਤਾਨੀ ਪੰਜਾਬ ਅਤੇ ਭਾਰਤੀ ਪੰਜਾਬ 'ਚ ਵੰਡਿਆ ਗਿਆ। ਇਸੇ ਪ੍ਰਕਾਰ ਭਾਰਤੀ ਪੰਜਾਬ ਦੀ ਪੁਨਰ ਵੰਡ ਨਾਲ ਮੌਜੂਦਾ ਰਾਜਨੀਤਿਕ ਪੰਜਾਬ ਆਕਾਰ ਵਿੱਚ ਹੋਰ ਛੋਟਾ ਹੋ ਗਿਆ, ਕਿਉਂਕਿ ਇਹਦੇ ਵਿੱਚੋਂ ਹਰਿਆਣਾ ਅਤੇ ਹਿਮਾਚਲ ਕੱਢ ਦਿੱਤੇ ਗਏ ਆ, ਹੋਰ ਵੀ ਜ਼ਿਆਦਾ ਛੋਟਾ ਹੋ ਗਿਆ। ਇਸ ਦੇ ਪ੍ਰਕਾਰ ਵਿੱਚ ਫਰਕ ਪੈ ਗਿਆ। ਭਾਰਤੀ ਪੰਜਾਬ ਵਿੱਚ ਪੰਜਾਬੀ ਗੁਰਮੁਖੀ ਵਿੱਚ ਲਿਖੀ ਜਾਂਦੀ ਹੈ ਅਤੇ ਪਾਕਿਸਤਾਨ ਵਾਲੇ ਪੰਜਾਬ ਵਿੱਚ ਸ਼ਾਹਮੁਖੀ ਵਿੱਚ ਲਿਖੀ ਜਾਂਦੀ ਹੈ। ਵੀਜ਼ੇ ਦੀਆਂ ਬੰਦਸ਼ਾਂ ਕਾਰਨ ਮਿਲਣ ਜੁਲਣ ਦੇ ਮੌਕੇ
ਘੱਟ ਹੋਣ ਕਾਰਨ ਸਾਡਾ ਸਾਂਝਾ ਜਿਹੜਾ ਪੰਜਾਬੀ ਸੱਭਿਆਚਾਰ ਸੀ ਉਹ ਖੰਡਿਤ ਹੋ ਗਿਆ, ਬਿਖਰ ਗਿਆ ਬਿਲਕੁਲ। ਦੇਸ਼ ਵੰਡ ਤੋਂ ਬਾਅਦ ਪੈਦਾ ਹੋਈ ਪੀੜ੍ਹੀ ਲਈ ਬੜੇ ਦਿਨ ਤਿਉਹਾਰ ਮੁਹਾਵਰੇ ਓਪਰੇ ਹੁੰਦੇ ਜਾ ਰਹੇ ਆ। ਜਿਵੇਂ ਈਦ ਮਗਰੋਂ ਤੰਬਾ ਫੂਕਣਾ, ਈਦ ਦਾ ਚੰਦ ਹੋਣਾ, ਮੁੱਲਾਂ ਰੱਖੇ ਰੋਜ਼ੇ ਦਿਨ ਵੱਡੇ ਆਏ, ਇਹ ਜਿਹੜੇ ਮੁਹਾਵਰੇ ਹੁਣ ਬੜੇ ਓਪਰੇ ਲੱਗਦੇ ਆ, ਕਿਉਂਕਿ ਇਹ ਮੁਸਲਮਾਨਾਂ ਦੇ ਕਲਚਰ ਨਾਲ ਜੁੜੇ ਹੋਏ ਗੱਲ ਸੀਗੀ। ਹੈ ਤੇ ਪੰਜਾਬੀ ਸੱਭਿਆਚਾਰ ਦੀ, ਪਰ ਕਿਉਂਕਿ ਮੁਸਲਮਾਨ ਜਿਹੜੇ ਆ ਇੱਧਰਲੇ ਪੰਜਾਬ 'ਚੋਂ ਸਾਰੇ ਉੱਧਰ ਹਿਜਰਤ ਕਰ ਗਏ, ਇਸ ਲਈ ਇਹ ਮੁਹਾਵਰੇ ਸਾਨੂੰ ਹੁਣ ਬੜੇ ਪੁਰਾਣੇ ਅਤੇ ਓਪਰੇ ਲੱਗਦੇ ਆ। ਪੰਜਾਬੀ ਸੱਭਿਆਚਾਰ ਦੀ ਪ੍ਰਫੁੱਲਤਾ ਲਈ ਇਹ ਜ਼ਰੂਰੀ ਹੈ ਕਿ ਦੋਵਾਂ ਦੇਸ਼ਾਂ ਦਰਮਿਆਨ ਅਮਨ ਰਹੇ ਅਤੇ ਦੋਵੇਂ ਪੰਜਾਬਾਂ ਦਾ ਮੇਲ ਜੋਲ ਵਧੇ। ਪੰਜਾਬੀ ਸੱਭਿਆਚਾਰ ਵਿੱਚ ਦੋ ਭਰਾ ਅੱਡ ਹੋ ਕੇ ਵੀ ਦਾਲ ਕੌਲੀ ਦੀ ਸਾਂਝ ਰੱਖਦੇ ਰਹੇ ਨੇ। ਇਹ ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਲੋਕਾਂ ਦੀ ਖਾਸੀਅਤ ਹੈ। ਭਾਵੇਂ ਲੜ ਵੀ ਪੈਣ ਤਾਂ ਵੀ ਦਾਲ ਕੌਲੀ ਜਿਹੜੀ ਹੈ ਉਹ ਸਾਂਝੀ ਕਰ ਲੈਂਦੇ। ਪੰਜਾਬੀ ਸਮਾਜ ਭਾਰਤੀ ਜਾਤ ਪ੍ਰਬੰਧ ਅਨੁਸਾਰ ਵੰਡਿਆ ਹੋਇਆ ਸੀ। ਆਧੁਨਿਕੀਕਰਨ, ਸ਼ਹਿਰੀਕਰਨ, ਉਦਯੋਗੀਕਰਨ ਦੇ ਬਾਵਜੂਦ ਪੰਜਾਬ ਵਿੱਚ ਜਾਤ ਪਾਤ ਦਾ ਬੰਧਨ ਪੂਰੀ ਤਰ੍ਹਾਂ ਨਹੀਂ ਟੁੱਟਿਆ। ਪੰਜਾਬ ਖੇਤੀਬਾੜੀ ਪ੍ਰਧਾਨ ਇਲਾਕਾ ਸੀ ਅਤੇ ਹੁਣ ਵੀ ਹੈ, ਅਤੇ ਇਸ ਕਰਕੇ ਸਾਰਾ ਸੱਭਿਆਚਾਰ ਕਿਸਾਨੀ ਜੀਵਨ ਦੁਆਲੇ ਘੁੰਮਦਾ ਸੀ। ਇਸ ਕਰਕੇ ਪੰਜਾਬੀ ਸੱਭਿਆਚਾਰ ਵਿੱਚ ਵੀ ਕਿਸਾਨ ਦੀ ਚੜ੍ਹਤ ਸੀ। ਪਿਛਲੇ ਕੁਝ ਸਮੇਂ ਤੋਂ ਕਿਸਾਨ ਦਾ ਜੀਵਨ ਪੱਧਰ ਤਾਂ ਬਹੁਤਾ ਉੱਚਾ ਨਹੀਂ ਹੋਇਆ, ਪਰ ਪੰਜਾਬ ਦੇ ਪ੍ਰਚਲਿਤ ਫਿਲਮਾਂ ਅਤੇ ਗੀਤਾਂ ਵਿੱਚ ਜੱਟ ਸ਼ਬਦ ਦੀ ਵਰਤੋਂ ਬਹੁਤ ਵੱਧ ਗਈ ਹੈ ਅਤੇ ਉਸ ਨੂੰ ਹਿੰਸਕ ਅਤੇ ਸ਼ਰਾਬੀ ਦੇ ਰੂਪ ਵਿੱਚ ਚਿਤਰਿਆ ਜਾ ਰਿਹਾ। ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਸਰੋਕਾਰਾਂ ਨੂੰ ਸੰਜੀਦਗੀ ਨਾਲ ਪੇਸ਼ ਕਰਨ ਦੀ ਥਾਂ ਹੈਂਕੜ ਅਤੇ ਫੁਕਰੇਬਾਜ਼ੀ ਦਾ ਪ੍ਰਗਟਾਵਾ ਵੱਧ ਗਿਆ। ਪੰਜਾਬ ਖੇਤੀ ਪ੍ਰਧਾਨ ਖਿੱਤਾ ਹੈ। ਇਸ ਦੇ ਪ੍ਰਮੁੱਖ ਕਿੱਤਾਕਾਰਾਂ ਕੋਲ ਅੰਨਦਾਤਾ ਹੋਣ ਦਾ ਮਾਣ ਹੈ, ਪਰ ਇਸ ਨੂੰ ਜਾਤੀ ਹੰਕਾਰ ਵਿੱਚ ਨਹੀਂ ਬਦਲਣਾ ਚਾਹੀਦਾ, ਸਗੋਂ ਉਸ ਦੀ ਮਿਹਨਤ ਨੂੰ ਵਡਿਆਉਣਾ ਚਾਹੀਦਾ, ਉਹਦੀ ਵਡਿਆਈ ਕਰਨੀ ਚਾਹੀਦੀ। ਹਰ ਪੰਜਾਬੀ ਨੂੰ ਆਪਣੇ ਸੱਭਿਆਚਾਰ 'ਤੇ ਅਭਿਮਾਨ ਨਹੀਂ ਸਗੋਂ ਮਾਣ ਹੋਣਾ ਚਾਹੀਦਾ। ਬਹੁਤ ਕੁਝ ਸਾਨੂੰ ਛੱਡ ਦੇਣ ਦੀ ਜ਼ਰੂਰਤ ਹੈ, ਜਿਵੇਂ ਕੁੜੀਆਂ ਨੂੰ ਮਾਰਨਾ। ਬਹੁਤ ਸਾਰਾ ਕੁਝ ਸਾਨੂੰ ਰੱਖਣ ਦੀ ਜ਼ਰੂਰਤ ਹੈ, ਜਿਵੇਂ ਘਰ ਵਿੱਚ ਬਜ਼ੁਰਗਾਂ ਨੂੰ। ਬਹੁਤ ਕੁਝ ਸਾਨੂੰ ਦੂਸਰਿਆਂ ਤੋਂ ਸਿੱਖਣ ਦੀ ਲੋੜ ਹੈ, ਜਿਵੇਂ ਕੰਮ ਦਾ ਸੱਭਿਆਚਾਰ। ਬਹੁਤ ਕੁਝ ਸਾਡੇ ਕੋਲ ਮੌਜੂਦ ਹੈ, ਜਿਵੇਂ ਕਿਰਤ ਕਰਨਾ, ਵੰਡ ਕੇ ਛਕਣਾ, ਸਬਰ, ਸੰਤੋਖ, ਸਹਿਜਤਾ। ਇਹ ਸਾਡੇ ਕੋਲ ਪਹਿਲਾਂ ਹੀ ਆ। ਇਸ ਸਭ ਕੁਝ ਨੂੰ ਬਚਾਉਣ ਦੀ ਜ਼ਰੂਰਤ ਹੈ। ਮੁੱਕਦੀ ਗੱਲ ਇਹ ਹੈ ਕਿ ਸੱਭਿਆਚਾਰ ਕੋਈ ਜੜ ਵਰਤਾਰਾ ਨਹੀਂ ਹੈ, ਇਹ ਜਿਉਂਦੀ ਜਾਗਦੀ ਜੀਵਨ ਜਾਚ ਹੈ। ਇਸ ਨੂੰ ਨਿੱਤ ਨਵਿਆਉਣ ਦੀ ਲੋੜ ਪੈਂਦੀ ਹੈ। ਆਧੁਨਿਕ ਯੁੱਗ ਵਿੱਚ ਤਾਂ ਇਸ ਬਾਰੇ ਚੇਤਨ ਕੋਸ਼ਿਸ਼ਾਂ ਕਰਨੀਆਂ ਪੈਣੀਆਂ, ਕਿਉਂਕਿ ਪਰੰਪਰਾ ਤੋਂ ਸਹਿਜ ਰੂਪ ਵਿੱਚ ਪੀੜ੍ਹੀ ਦਰ ਪੀੜ੍ਹੀ ਸਿੱਖਣ ਵਾਲਾ ਸਾਂਝਾ ਸਮਾਜ ਖਤਮ ਹੋ ਚੁੱਕਾ। ਸੋ ਸਾਨੂੰ ਹਰ ਸਮੇਂ ਚੇਤਨ ਪੱਧਰ 'ਤੇ ਸੋਚ ਵਿਚਾਰ ਕੇ ਨਵੀਆਂ ਸਿਹਤਮੰਦ ਜਾਣੀ ਚੰਗੀਆਂ ਪਰੰਪਰਾਵਾਂ ਨੂੰ ਵਿਕਸਿਤ ਕਰਨ ਦੀ ਜ਼ਰੂਰਤ ਹੈ। ਸੋ ਇਹ ਸੀ ਪਾਠ ਬੇਟਾ ਪੰਜਾਬੀ ਸੱਭਿਆਚਾਰਕ ਪਰਿਵਰਤਨ। ਇਸ ਪਾਠ ਵਿੱਚ ਅਸੀਂ ਸਮਝਣ ਦੀ ਕੋਸ਼ਿਸ਼ ਕੀਤੀ ਹੈ ਕਿ ਸੱਭਿਆਚਾਰ ਬਦਲਦਾ ਕਿਵੇਂ ਹੈ, ਫਿਰ ਉਹਦੇ ਬਦਲਣ ਦੇ ਪੈਟਰਨ ਕਿਸ ਕਿਸ ਤਰ੍ਹਾਂ ਦੇ ਹੁੰਦੇ ਆ, ਕਿਹੜੀ ਕਿਹੜੀ ਦਿਸ਼ਾ ਵਿੱਚ ਸੱਭਿਆਚਾਰ ਬਦਲਦਾ। ਲੇਖਕ ਨੇ ਇਸ ਲੇਖ ਵਿੱਚ ਸਾਨੂੰ ਦੱਸਣ ਦੀ ਕੋਸ਼ਿਸ਼ ਕੀਤੀ ਹੈ ਕਿ ਠੀਕ ਹੈ, ਬੜਾ ਕੁਛ ਬਦਲ ਗਿਆ ਅਤੇ ਇਹਨੇ ਬਦਲਣਾ, ਇਹਦਾ ਸੁਭਾਵਿਕ ਵੀ ਗੱਲ ਵੀ ਹੈ, ਪਰ ਕਈ ਉਹ ਚੀਜ਼ਾਂ ਜਿਹੜੀਆਂ ਸਾਡੇ ਲਈ ਬੜੀਆਂ ਜ਼ਰੂਰੀ ਆ ਸਾਂਭ ਕੇ ਰੱਖਣਾ, ਜਾਂ ਉਹ ਪੰਜਾਬੀ ਸੱਭਿਆਚਾਰ ਦੀਆਂ ਗੱਲਾਂ ਜਿਹੜੀਆਂ ਸਾਡੇ ਲਈ ਬੜੀਆਂ ਜ਼ਰੂਰੀ ਹੈ ਉਹਨਾਂ ਨੂੰ ਸਾਂਭਣਾ। ਸੋ ਉਹ ਧਾਰਨਾਵਾਂ, ਉਹ ਪਰੰਪਰਾਵਾਂ ਨੂੰ ਸਾਨੂੰ ਸਾਂਭਣਾ ਚਾਹੀਦਾ। ਅੱਜ ਸਾਡੇ 'ਤੇ ਜ਼ਿੰਮੇਵਾਰੀ ਹੈ ਕਿ ਜਿਹੜਾ ਨਵੀਂ ਪੀੜ੍ਹੀ ਹੈ ਉਹ ਪੰਜਾਬੀ ਸੱਭਿਆਚਾਰ ਨੂੰ ਕਿਸ ਹੱਦ ਤੱਕ ਚੰਗਾ ਸਮਝ ਕੇ ਇਹਨੂੰ ਪ੍ਰਫੁੱਲਿਤ ਕਰਦੀ ਆ। ਸੋ ਮੈਨੂੰ ਉਮੀਦ ਹੈ ਬੇਟਾ ਸਾਰੇ ਬੱਚਿਆਂ ਨੂੰ ਗੱਲ ਸਮਝ ਆਈ ਹੋਣੀ ਆ। ਸਾਰੇ ਬੱਚਿਆਂ ਨੇ ਧਿਆਨ ਨਾਲ ਸੁਣਿਆ। ਸਾਰੇ ਬੱਚਿਆਂ ਦਾ ਬਹੁਤ ਬਹੁਤ ਧੰਨਵਾਦ। ਅਗਲੀ ਵੀਡੀਓ ਲੈ ਕੇ ਫੇਰ ਮਿਲਾਂਗੇ। ਤਦ ਤੱਕ ਲਈ ਸਾਰੇ ਬੱਚਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।